ਪਰਿਓ ਜਾਚਕ ਇਕ ਸਰਨਾ, ਮਿਲੈ ਦਾਨ ਸੰਤਰੇਨ, ਜਿਹ ਲਗ ਭਉ ਜਲ ਤਰਨਾ। ਬਿਨਤ ਕਰੂੰ ਅਰਦਾਸ ਸੁਨੋ, ਜੇ ਠਾਕੁਰ ਭਾਵੈ। ਦੇਹ ਦਰਸ ਮਨ ਚਾਓ, ਭਗਤ ਇਹੋ ਮਨ ਠਹਿਰਾਵੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸਰਬ ਕਲਾ ਸਮਰੱਥ, ਜੁਗੋ ਜੁਗ ਅਟਲ, ਬਾਣੀ ਦੇ ਬੋਹਿਤ, ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪੰਥ ਦੀ ਮਹਾਨ ਹਸਤੀ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਪਿਆਰੀ ਯਾਦ ਵਿੱਚ ਚੱਲ ਰਹੇ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਦਿਆਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਵੱਡ ਭਾਗੀ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ, ਜੋ ਗੁਰੂ ਕੀ ਗੋਦ ਵਿੱਚ ਬੈਠ ਕੇ ਸਤ ਸੰਗਤ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋਏ। ਗੁਰੂ ਰਾਮਦਾਸ ਜੀ ਮਹਾਰਾਜ ਦੇ ਹਜ਼ੂਰੀ ਕੀਰਤਨੀਏ ਮਾਨਯੋਗ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਸਰਵਣ ਕਰਾ ਰਹੇ ਸਨ। ਗੁਰੂ ਕੇ ਬਚਨ ਆਪ ਜੀ ਨੇ ਉਹਨਾਂ ਦੇ ਮੁਖ ਤੋਂ ਸਰਵਣ ਕੀਤੇ ਨੇ। ਸੰਤੋਹ ਰਾਮ ਨਾਮ ਨਿਸਤਰੀ ਹੈ, ਊਠਤ ਬੈਠਤ ਹਰ ਹਰ ਧਿਆਈ ਹੈ, ਅਨ ਦਿਨ ਸੁਕ੍ਰਿਤ ਕਰੀ ਹੈ। ਪਰਮਾਤਮਾ ਨੇ ਦੋ ਮਹਾਨ ਦਾਤਾਂ ਹਰ ਮਨੁੱਖ ਨੂੰ ਦਿੱਤੀਆਂ ਨੇ। ਇੱਕ ਮਹਾਨ ਦਾਤ ਜਿਹਨੂੰ ਆਪਾਂ ਟਾਈਮ ਕਹਿੰਦੇ, ਜਿਹਨੂੰ ਸਮਾਂ ਕਹਿੰਦੇ ਹਾਂ, ਹਰ ਮਨੁੱਖ ਨੂੰ ਦਿੱਤਾ ਹੈ ਔਰ ਮੁਫਤ ਵਿੱਚ ਦਿੱਤਾ ਹੈ। ਇੱਕ ਮਹਾਨ ਦਾਤ ਦਿੱਤੀ ਜਿਹਨੂੰ ਆਪਾਂ ਕਰਮ ਕਹਿੰਦੇ ਹਾਂ। ਕਰਮ ਵੀ ਹਰ ਮਨੁੱਖ ਕਰਦਾ, ਸਮਾਂ ਵੀ ਹਰ ਮਨੁੱਖ ਦੇ ਕੋਲ ਹੈ। ਕਰਮ ਚੋਰ ਵੀ ਕਰਦਾ ਹੈ, ਕਰਮ ਸੰਤ ਵੀ ਕਰਦਾ ਹੈ। ਇਹ ਗੱਲ ਵੱਖਰੀ ਹੈ, ਕੋਈ ਦੁਕ੍ਰਿਤ ਕਰ ਰਿਹਾ, ਕੋਈ ਸੁਕ੍ਰਿਤ ਕਰ ਰਿਹਾ। ਇੱਕ ਵੱਡੇ ਸ਼ਹਿਰ ਦੇ ਚੌਂਕ ਵਿੱਚ ਖੜਾ ਇੱਕ ਮਸਤਾਨਾ ਜਿਹਾ ਬੰਦਾ ਜ਼ੋਰ ਜ਼ੋਰ ਦੀ ਆਵਾਜ਼ ਮਾਰ ਕੇ ਕਹਿੰਦਾ, ਜੋ ਚਾਹੋਗੇ ਸੋ ਪਾਓਗੇ, ਜੋ ਚਾਹੋਗੇ ਸੋ ਪਾਓਗੇ। ਅੱਜ ਦਾ ਮਨੁੱਖ ਵੀ ਕਹਿੰਦਾ ਕਿ ਮੈਂ ਜੋ ਚਾਹਾਂ ਉਹ ਮੈਨੂੰ ਮਿਲ ਜਾਏ। ਹਰ ਮਨੁੱਖ ਦੀ ਇਹ ਰੀਝ ਹੈ, ਮੇਰੇ ਮਨ ਦੀ ਕਾਮਨਾ ਪੂਰੀ ਹੋਣੀ ਚਾਹੀਦੀ ਹੈ, ਮੈਨੂੰ ਮਨ ਇੱਛਤ ਸੁੱਖ ਮਿਲਣਾ ਚਾਹੀਦਾ ਹੈ। ਜਿੰਨੀ ਅਸੀਂ ਦੌੜ ਭੱਜ ਕਰਦੇ ਹਾਂ, ਭਾਵੇਂ ਕੋਈ ਦੁਨਿਆਵੀ ਧਨ ਕਮਾ ਰਿਹਾ, ਉਹਦਾ ਮਕਸਦ ਹੈ ਕਿ ਸੁੱਖ ਮਿਲੇਗਾ, ਚਾਰ ਪੈਸੇ ਹੋਣਗੇ। ਕੋਈ ਐਜੂਕੇਸ਼ਨ ਪ੍ਰਾਪਤ ਕਰ ਰਿਹਾ ਹੈ, ਉਹਦਾ ਮਕਸਦ ਵੀ ਇਹ ਹੈ ਕਿ ਚਾਰ ਅੱਖਰ ਪੜ੍ਹ ਕੇ ਕਿਸੇ ਵੱਡੇ ਰੁਤਬੇ ਦੇ ਬੈਠਾਂਗੇ, ਬੜੇ ਸੁਖੀ ਹੋ ਜਾਵਾਂਗੇ। ਕੋਈ ਰਾਜਨੀਤਿਕ ਤੌਰ 'ਤੇ ਦੌੜ ਭੱਜ ਕਰ ਰਿਹਾ ਹੈ, ਮਕਸਦ ਉਸ ਦਾ ਵੀ ਇਹੀ ਹੈ ਕਿ ਚੰਗੇ ਅਹੁਦੇ 'ਤੇ ਬੈਠ ਜਾਵਾਂਗੇ, ਸੁਖੀ ਹੋ ਜਾਵਾਂਗੇ। ਸਭ ਕੁਝ ਮਿਲ ਜਾਂਦਾ ਹੈ, ਪਰ ਮਨੁੱਖ ਨੂੰ ਸੁੱਖ ਨਹੀਂ ਮਿਲਦਾ। ਸੁੱਖ ਹਰ ਕੋਈ ਚਾਹੁੰਦਾ ਹੈ ਔਰ ਸੁੱਖਾਂ ਦੀ ਖਾਤਰ ਬੰਦਾ ਯਤਨ ਕਰਦਾ ਹੈ। ਇਹ ਮਸਤਾਨਾ ਜਿਹਾ ਵਿਅਕਤੀ ਜ਼ੋਰ ਜ਼ੋਰ ਦੀ ਪੁਕਾਰ ਕੇ ਲੋਕਾਂ ਨੂੰ ਕਹਿੰਦਾ, ਜੋ ਚਾਹੋਗੇ ਸੋ ਪਾਓਗੇ। ਲੋਕੀ ਸੋਚਦੇ ਮਸਤਾਨਾ ਹੈ, ਫਕੀਰ ਹੈ, ਪਾਗਲ ਹੈ। ਤੁਰੇ ਜਾ ਰਹੇ ਲੋਕ ਦੇਖਦੇ, ਦੁਪਹਿਰ ਤੱਕ ਇਹ ਬੰਦਾ ਰੌਲਾ ਪਾਉਂਦਾ ਰਿਹਾ। ਦੁਪਹਿਰਾਂ ਵੇਲੇ ਇੱਕ ਨੌਜਵਾਨ ਲੰਘ ਰਿਹਾ ਹੈ, ਬੜਾ ਦੁਖੀ ਜਿਹਾ ਹੈ, ਬੜਾ ਚਿੰਤਤ ਜਿਹਾ ਹੈ। ਇਹਦੇ ਵੱਲ ਦੇਖ ਕੇ ਕਹਿਣ ਲੱਗਾ, ਜੋ ਚਾਹਾਂਗਾ ਮਿਲ ਜਾਏਗਾ ਮੈਨੂੰ। ਕਹਿਣ ਲੱਗਾ, ਮਿਲੇਗਾ ਨਹੀਂ, ਜੋ ਚਾਹੇਗਾ ਉਹ ਪਾ ਲਵੇਗਾ। ਮਿਲਣਾ ਅਤੇ ਪਾਉਣਾ ਦੋ ਸ਼ਬਦ ਨੇ, ਇੱਕ ਹੁੰਦਾ ਪਾਉਣਾ, ਇੱਕ ਹੁੰਦਾ ਮਿਲਣਾ।
ਸੁੱਖ ਕਿਸੇ ਪਾਸੋਂ ਨਹੀਂ ਮਿਲਣਾ, ਸੁੱਖ ਕਿਸੇ ਨੇ ਨਹੀਂ ਦੇਣਾ, ਸੁੱਖ ਧਨ ਨੇ ਨਹੀਂ ਦੇਣਾ, ਸੁੱਖ ਰੁਤਬੇ ਨੇ ਨਹੀਂ ਦੇਣਾ, ਸੁੱਖ ਕਿਸੇ ਮਨੁੱਖ ਨੇ ਨਹੀਂ ਦੇਣਾ। ਸੁੱਖ ਤੁਸੀਂ ਆਪ ਪ੍ਰਾਪਤ ਕਰਨਾ ਹੈ, ਸੁੱਖ ਤੁਹਾਡੇ ਅੰਦਰ ਹੈ। ਉਹ ਵਿਅਕਤੀ ਕਹਿਣ ਲੱਗਾ ਤੂੰ ਪਾ ਲਵੇਂਗਾ ਜੋ ਚਾਹੇਂਗਾ। ਉਹ ਕਹਿਣ ਲੱਗਾ ਉਹ ਕਿਵੇਂ? ਕਹਿਣ ਲੱਗਾ ਤੈਨੂੰ 2 ਕੀਮਤੀ ਪਦਾਰਥ ਦੱਸਦਾ ਉਹ ਤੇਰੇ ਕੋਲ ਹੈ, ਜੇ ਤੂੰ ਉਹਨਾਂ ਨੂੰ ਸੰਭਾਲ ਲੈ ਜੋ ਚਾਹੇਂਗਾ ਉਹ ਪਾ ਲਵੇਂਗਾ। ਕਹਿਣ ਲੱਗਾ ਉਹ ਕੀਮਤੀ ਹੀਰੇ ਮੋਤੀ ਨੇ, ਇੱਕ ਹੈ ਟਾਈਮ ਤੇ ਇੱਕ ਹੈ ਕਰਮ। ਟਾਈਮ ਹਰ ਮਨੁੱਖ ਨੂੰ ਪ੍ਰਮਾਤਮਾ ਨੇ ਦਿੱਤਾ ਹੈ, ਕਰਮ ਹਰ ਮਨੁੱਖ ਨੂੰ ਪ੍ਰਮਾਤਮਾ ਨੇ ਦਿੱਤਾ ਹੈ। ਉਹ ਨੌਜਵਾਨ ਕਹਿਣ ਲੱਗਾ ਪਾਗਲ ਹੈ ਬੰਦਾ, ਕਿਹੜੀਆਂ ਗੱਲਾਂ ਕਰ ਰਿਹਾ ਹੈ? ਇਹ ਕਹਿ ਕੇ ਅੱਗੇ ਤੁਰ ਪਿਆ। ਤੁਰੇ ਤੁਰੇ ਜਾਂਦੇ ਉਹਦਾ ਮੱਥਾ ਠਣਕਿਆ ਕਿ ਗੱਲ ਬੜੀ ਕੀਮਤੀ ਹੈ। ਕਰਮ ਤੇ ਟਾਈਮ 2 ਬੜੀਆਂ ਮਹਾਨ ਚੀਜ਼ਾਂ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਮ ਤੇ ਟਾਈਮ ਦੀ ਗੱਲ ਕੀਤੀ ਹੈ। ਟਾਈਮ ਸਾਰਿਆਂ ਨੂੰ ਪ੍ਰਮਾਤਮਾ ਨੇ ਦਿੱਤਾ ਹੈ, ਜ਼ਿੰਦਗੀ ਮੁਫਤ 'ਚ ਮਿਲੀ ਹੈ, ਟਾਈਮ ਮੁਫਤ 'ਚ ਮਿਲਿਆ, ਇਸ ਕਰਕੇ ਆਪਾਂ ਕਦਰ ਨਹੀਂ ਨਾ ਕਰਦੇ। ਅਸੀਂ ਇੱਕ ਕਾਰ ਖਰੀਦ ਲਈਏ, ਕੋਈ 10 ਲੱਖ ਦੀ, 15 ਲੱਖ ਦੀ, 5 ਲੱਖ ਦੀ, ਉਹਨੂੰ ਬੜਾ ਸੰਭਾਲ ਕੇ ਰੱਖਦੇ, ਕਿੰਨੇ ਪੈਸੇ ਖਰਚੇ ਨੇ, ਉਹਦੀ ਦੇਖ ਰੇਖ ਕਰਦੇ ਹਾਂ, ਉਹਨੂੰ ਆਪਾਂ ਸਮੇਂ ਸਿਰ ਸਰਵਿਸ ਵੀ ਕਰਦੇ ਹਾਂ। ਲੇਕਿਨ ਇਹ ਟਾਈਮ ਜਾਂ ਇਹ ਜ਼ਿੰਦਗੀ ਮੁਫਤ ਵਿੱਚ ਮਿਲੀ ਹੈ, ਇਹਦੇ ਮਨੁੱਖ ਧਿਆਨ ਨਹੀਂ ਦਿੰਦਾ। ਜਿਹੜੀ ਚੀਜ਼ ਮੁਫਤ 'ਚ ਮਿਲੀ ਹੋਏ ਬੰਦਾ ਉਹਦੀ ਕਦਰ ਨਹੀਂ ਕਰਦਾ। ਵਾਹਿਗੁਰੂ ਜੀ ਨੇ ਟਾਈਮ ਵੀ ਸਾਨੂੰ ਮੁਫਤ ਵਿੱਚ ਦਿੱਤਾ ਹੈ, ਕਰਮ ਕਰਨ ਦੀ ਸਮਰੱਥਾ ਵੀ ਸਾਨੂੰ ਮੁਫਤ ਵਿੱਚ ਦਿੱਤੀ ਹੈ। ਬਸ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਤੁਸੀਂ ਸੁੱਖ ਘਰ ਵਿੱਚ ਜਾਣੇ, ਇਸ ਮੁੱਖ ਵਾਕ ਦੀਆਂ ਆਖਰੀ ਪੰਕਤੀਆਂ ਨੇ, ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁੱਖ ਘਰ ਆਇਆ। ਜੇ ਸੁੱਖ ਘਰ ਵਿੱਚ ਜਾਣਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਏ, ਅਨ ਦਿਨ ਸੁਕ੍ਰਿਤ ਕਰੀਏ। ਦਿਨ ਰਾਤ ਇਹ ਸ਼ੁਭ ਕਿਰਤ ਕਰੋ, ਉੱਤਮ ਕਿਰਤ ਕਰੋ। ਸੰਤ ਦਾ ਮਾਰਗ ਕੀ ਹੈ? ਧਰਮ ਦੀ ਪੌੜੀ ਕੀ ਹੈ? ਦਿਨ ਰਾਤ ਆਪਣੇ ਪ੍ਰਮਾਤਮਾ ਦੀ ਉਸਤਤ ਕਰਨੀ, ਦਿਨ ਰਾਤ ਵਾਹਿਗੁਰੂ ਜੀ ਦੀ ਬੰਦਗੀ ਕਰਨੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਦੋਂ ਤੁਸੀਂ ਉਸ ਪ੍ਰਮਾਤਮਾ ਦੇ ਮਾਰਗ 'ਤੇ ਚੱਲੋਗੇ, ਪ੍ਰਮਾਤਮਾ ਦੇ ਪਿਆਰ ਜੁੜ ਜਾਓਗੇ, ਸ਼ੁਭ ਕਿਰਤ ਕਰੋਗੇ ਨਾ, ਤੁਹਾਡੀ ਜ਼ਿੰਦਗੀ 'ਚੋਂ ਵਿਘਨ ਆਪਣੇ ਆਪ ਮਿਟਣੇ ਸ਼ੁਰੂ ਹੋ ਜਾਣਗੇ, ਤੁਹਾਡੀ ਜ਼ਿੰਦਗੀ 'ਚੋਂ ਦੁੱਖ ਆਪਣੇ ਆਪ ਖਤਮ ਹੋ ਜਾਣਗੇ। ਜ਼ਿੰਦਗੀ 'ਚ ਪਰੇਸ਼ਾਨੀ ਕੀ ਹੈ? ਅਸੀਂ ਕਹਿੰਦੇ ਜੀ ਕੋਈ ਕੰਮ ਕਰਦੇ ਉਹਦੇ 'ਚ ਰੁਕਾਵਟ ਪੈ ਜਾਂਦੀ ਹੈ, ਇਹ ਰੁਕਾਵਟ ਕਿਵੇਂ ਦੂਰ ਹੋਈ? ਅਸੀਂ ਕਹਿੰਦੇ ਜੀ ਜ਼ਿੰਦਗੀ ਵਿੱਚ ਦੁੱਖ ਬੜੇ ਨੇ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਗਰੰਟੀ ਦਿੱਤੀ ਹੈ, ਜੇ ਤੁਸੀਂ ਸ਼ੁਭ ਕਿਰਤ 'ਤੇ ਚੱਲ ਪਾਓਗੇ, ਤੁਸੀਂ ਸੰਤ ਕੇ ਮਾਰਗ 'ਤੇ ਚੱਲ ਪਾਓਗੇ, ਧਰਮ ਦੀ ਪੌੜੀ 'ਤੇ ਚੱਲ ਪਾਓਗੇ, ਤੁਹਾਡੀ ਜ਼ਿੰਦਗੀ ਵਿੱਚੋਂ ਵਿਘਨ ਵੀ ਕੱਟੇ ਜਾਣਗੇ, ਤੁਹਾਡੀ ਜ਼ਿੰਦਗੀ ਵਿੱਚੋਂ ਦੁੱਖ ਵੀ ਕੱਟੇ ਜਾਣਗੇ। ਜੋ ਹਰ ਮਨੁੱਖ ਕਰਮ ਕਰਦਾ, ਕਿਰਤ ਹਰ ਮਨੁੱਖ ਕਰਦਾ। ਇਹ ਗੱਲ ਚੇਤੇ ਰੱਖਣਾ, ਜੋ ਅਸੀਂ ਕਿਰਤ ਕਰਦੇ ਉਹਨੂੰ ਕੋਈ ਮੇਟ ਨਹੀਂ ਸਕਦਾ। ਆਪਣੀ ਕਿਰਤ ਕਰਕੇ ਅਸੀਂ ਪ੍ਰਮਾਤਮਾ ਦੇ ਨੇੜੇ ਜਾਣਾ ਹੈ, ਕਿਰਤ ਕਰਕੇ ਆਪਾਂ ਪ੍ਰਮਾਤਮਾ ਤੋਂ ਦੂਰ ਜਾਂਦੇ ਹਾਂ। ਗੁਰੂ ਕਾ ਅੰਮ੍ਰਿਤ ਬਚਨ ਰੋਜ਼ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵਾਹਿਗੁਰੂ ਜੀ ਨੇ ਕਿਰਤ ਕਰਨ ਦੀ ਸਮਰੱਥਾ ਦਿੱਤੀ ਹੈ ਸਾਨੂੰ, ਹੱਥ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਮਨ ਦਿੱਤਾ ਹੈ, ਸਰੀਰ ਦਿੱਤਾ ਹੈ, ਕਿਰਤ ਕਰਨ ਲਈ ਦਿੱਤਾ ਹੈ। ਇਹ ਗੱਲ ਵੱਖਰੀ ਹੈ, ਕੋਈ ਬੰਦਾ ਮਾੜੀ ਕਿਰਤ ਕਰਦਾ ਹੈ, ਮਾੜੀ ਕਿਰਤ ਕਰਨ ਵਾਲਾ ਦੂਰ ਤੁਰਿਆ ਜਾਂਦਾ ਹੈ। ਜਿੰਨੀ ਆਪਾਂ ਉੱਤਮ ਕਿਰਤ ਕਰਾਂਗੇ, ਜਿੰਨੇ ਆਪਾਂ ਉੱਤਮ ਕਰਮ ਕਰਾਂਗੇ, ਉਨੀ ਪ੍ਰਮਾਤਮਾ ਦੀ ਨੇੜਤਾ ਮਿਲੇਗੀ। ਗੁਰੂ ਗ੍ਰੰਥ ਸਾਹਿਬ ਜੀ ਦਾ ਵਿਧਾਨ ਇਹ ਹੈ ਕਿ ਪ੍ਰਮਾਤਮਾ ਕਿਤੇ ਵੱਖਰਾ ਨਹੀਂ ਹੈ ਤੁਹਾਡੇ ਤੋਂ, ਪ੍ਰਮਾਤਮਾ ਤੁਹਾਡੇ ਅੰਦਰ ਬੈਠਾ ਹੈ। ਜਿਉਂ-ਜਿਉਂ ਤੁਸੀਂ ਸਤ ਸੰਗਤ ਰਾਹੀਂ, ਜਿਉਂ-ਜਿਉਂ ਰੱਬੀ ਪਿਆਰਿਆਂ ਦੀ ਸੰਗਤ ਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਦੇ ਜਾਓਗੇ, ਤੁਹਾਡੀ ਕਰਨੀ ਉੱਤਮ ਹੁੰਦੀ ਜਾਏਗੀ, ਤਿਉਂ-ਤਿਉਂ ਪ੍ਰਮਾਤਮਾ ਦੀ ਨੇੜਤਾ ਬਣ ਜਾਏਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਜ਼ਿੰਦਗੀ ਵਿੱਚ ਵਿਕਾਸ ਦੀ ਗੱਲ ਕੀ, ਵਿਕਾਸ ਦੀ। ਇੱਕ ਰਸਤਾ ਹੈ ਧਰਮ ਦੀ ਦੁਨੀਆ 'ਚ ਕੇਵਲ ਵਿਸ਼ਵਾਸ ਦਾ, ਇੱਕ ਰਸਤਾ ਹੈ ਵਿਸ਼ਵਾਸ ਦੇ ਨਾਲ ਵਿਕਾਸ ਦਾ। ਦੁਨੀਆ ਦੇ ਹੋਰਨਾਂ ਮੱਤਾਂ ਨੂੰ ਤੁਸੀਂ ਪੜ੍ਹੋਗੇ, ਉਹ ਕੇਵਲ ਕਹਿੰਦੇ ਪੈਗੰਬਰ 'ਤੇ ਵਿਸ਼ਵਾਸ ਕਰੋ, ਇਹਦੋਂ ਅੱਗੇ ਦੀ ਗੱਲ ਨਹੀਂ। ਵਿਸ਼ਵਾਸ ਕਰੋ, ਸੁੱਖ ਤੁਹਾਨੂੰ ਅਗਲੀ ਜ਼ਿੰਦਗੀ 'ਚ ਮਿਲੇਗਾ, ਸਵਰਗ ਤੁਹਾਨੂੰ ਅਗਲੀ ਜ਼ਿੰਦਗੀ 'ਚ ਮਿਲੇਗਾ, ਤੁਹਾਡਾ ਆਉਣ ਵਾਲਾ ਇਸ ਜ਼ਿੰਦਗੀ ਤੋਂ ਬਾਅਦ ਦਾ ਜੀਵਨ ਸੁਹੇਲਾ ਹੋਏਗਾ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵਿਸ਼ਵਾਸ ਕਰੋ, ਬਾਣੀ ਦੇ ਮਾਰਗ 'ਤੇ ਚੱਲੋਗੇ, ਤੁਸੀਂ ਵਿਕਾਸ ਕਰੋਗੇ। ਵਿਕਾਸ ਕਰਦੇ ਕਰਦੇ ਤੁਸੀਂ ਜ਼ਿੰਦਗੀ ਦੇ ਅੰਦਰ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਤੁਸੀਂ ਇਸ ਜ਼ਿੰਦਗੀ ਅੰਦਰ ਪਰਮਾਤਮਾ ਬਣ ਜਾਓਗੇ, ਇਸ ਜ਼ਿੰਦਗੀ ਅੰਦਰ ਪਰਮਾਤਮਾ 'ਚ ਲਿਵਲੀਨ ਹੋ ਜਾਓਗੇ। ਰੱਬ ਕੀ ਚੀਜ਼ ਹੈ? ਰੱਬ ਕੋਈ ਮਨੁੱਖ ਤੋਂ ਵੱਖਰਾ ਨਹੀਂ ਹੈ, ਰੱਬ ਦਾ ਕੋਈ ਆਕਾਰ ਨਹੀਂ ਹੈ। ਆਪਾਂ ਗੁਰੂ ਕੇ ਬਚਨ ਰੋਜ਼ ਪੜ੍ਹਦੇ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੋ ਗੁਣ ਤੇ ਪ੍ਰਭ ਭਿੰਨ। ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਪਰਮਾਤਮਾ ਦਾ ਕੋਈ ਰੂਪ ਨਹੀਂ ਹੈ। ਪਰ ਜੇ ਰੱਬ ਨੂੰ ਜਾਣਨਾ ਹੋਏ ਕਿਵੇਂ ਪਤਾ ਲੱਗੇਗਾ? ਜੇ ਆਪਾਂ ਰੱਬ ਨਾਲ ਜੁੜਨਾ ਹੋਏ ਕਿਵੇਂ ਪਤਾ ਲੱਗੇ ਰੱਬ ਦੀ ਮਹਾਨਤਾ ਕੀ ਹੈ? ਬਿਜਲੀ ਨੂੰ ਆਪਾਂ ਦੇਖ ਨਹੀਂ ਸਕਦੇ ਕਿਹੋ ਜਿਹੀ ਹੈ, ਪਰ ਬਿਜਲੀ ਨੂੰ ਆਪਾਂ ਜਾਣਦੇ, ਪੱਖੇ ਚੱਲ ਰਹੇ ਨੇ, ਲਾਈਟ ਚੱਲ ਰਹੀ ਹੈ, ਬਿਜਲੀ ਆ ਰਹੀ ਹੈ। ਪਰਮਾਤਮਾ ਨੂੰ ਆਪਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਪਰਮਾਤਮਾ ਨੂੰ ਹੱਥਾਂ ਨਾਲ ਨਹੀਂ ਫੜ ਸਕਦੇ,
पर जदों परमात्मा नूं देखण दी जुगत ये है, तुहानूं जिंदगी च कई इहो जिहे आदमी मिलणगे आपां कहंदे जे ते परमात्मा वर्गे ने, ये तो रब वर्गे ने। जिंदगी च तुहाडी जिंदगी च भी इहो जिहे मौके आए ने, मेरी च भी आए ने, कईयां दी च आए, हर मनुख दी जिंदगी च आउंदे ने। जदों असीं बड़ी मुश्किल विच फस जांदे आ, जदों साडी जिंदगी च बहुत वड्डी रुकावट आ जांदी है और उस रुकावट नूं आपां किसी तरीके नाल पार नहीं कर सकदे, वो पार निकलण दा जां बचण दा कोई साधन नहीं हुंदा। उस वेले की हुंदा, एक अजनबी जिहा आदमी आउंदा, साडी मदद करदा है, जिन्हों असीं जानदे नहीं हुंदे, जिन्हों असीं पहचानदे नहीं हुंदे, ਉਹਦੇ मिलण नाल साडी मुश्किल हल हो जाती है। तो जो असीं घर बैठते अपने कोल बैठते पता की गल करते हैं, अज कोई रस्ता नहीं सी बचण दा, पर एक आदमी आया तो रब वर्गा सी, वो रब वर्गा सी। रब वर्गा, रब नूं देखणे तो रब वर्गियां कोल बैठीए, रब नूं देखणे तो रब वर्गियां दी संगत करिए, रब नूं देखणे तो जिन्हां लोकां दी विचारधारा रब वाली उन्हां दी संगत विच बैठीए। धन गुरु ग्रंथ साहिब जी कहंदे, जेकर दिन रात तुसीं ये किरत करोगे संतो, राम नाम निस्तरीय। निस्तरीय का अर्थ हुंदा है पार उतरना। एक सवाल खड़ा हुंदा कि काहदे तो पार उतरना है, क्योंकि धर्म की दुनिया अंदर धार्मिक लोगों च एक बड़ा तगड़ा भुलेखा है श्रद्धालुओं के मन च कि शायद इस जिंदगी तो बाद विच कोई सागर है जिन्हों आपां पार करना है। लेकिन गुरबाणी कहती इस जिंदगी च पार उतरना है। जे तुसीं परमात्मा दे दीदार करना चाहुंदे हो तो उदों पहलां तुहानूं एक समुंदर पार करना पैना, उदों पहलां तुहानूं एक भव सागर पार करना पैना। ये मैं कोलों नहीं गुरु ग्रंथ साहिब जी के बचन कह रहा, जिथे सतगुरु जी ने कहा सी भई प्राप्त मानुख देहुरीआ, गोबिंद मिलने की यह तेरी बरीआ। अगे जाके साहब कहते अवर काज तेरे किते न काम, मिल साध संगत भज केवल नाम, सरंजाम लाग भवजल तरनक है। जे तू गोबिंद नूं मिलना है, परमात्मा के दीदार करने ने, उदों पहला एक भवजल नूं पार उतरन दे आहर विच लग। वो भव सागर की है? वो भव सागर है चिंतावां दीयां लहरां च नित गोते खाने आ। वो भव सागर विकारां दीयां लहरां च नित असीं गोते खाने आ। सारे अंदर पता नहीं किन्ने को डर बैठे हुए ने, किन्ने को फिक्र बैठे। यह भव सागर पार करना बड़ा कठिन है। जिहड़ा इस शरीर नूं त्यागण तो बाद दा भव सागर है, वो तो इस जिंदगी तो बाद देखांगे, पर जिहड़ा इस जिंदगी च भव सागर जिथे आपां घुम्मण घेरियां च बचे हाँ, फसे हुए हाँ, जिसदे प्रथाए गुरु ग्रंथ साहिब जी ने बचन किया, लोभ लहर अत नीजर बाजै, काया डूबै केसवा, संसार समुंदे तार गोबिंदे। वो संसार समुंदर साडे अंदर लोभ दीयां लहरां ने, वो संसार समुंदर साडे अंदर माया दा मोह है, वो संसार समुंदर साडे अंदर विकारां दीयां लहरां ने। गुरबाणी कहती पहलां इस भव सागर तो पार उतर फिर परमात्मा दे दीदार उतरनगे। ते गुरु अर्जन देव जी महाराज कहते इस भव सागर नूं यकीनन पार किया जा सकता है। गुरु ग्रंथ साहिब जी ने एक बड़ी पॉजिटिव सोच दी है। गुरु ग्रंथ साहिब जी ने किते निराश नहीं किया। धर्म की दुनिया च ज़्यादातर डराया गया होरना मत्तां दे अंदर, किते धर्मराज का नाम लैके, किते मौत का नाम लैके, किते नरकां का डरावा दे के। लेकिन गुरु ग्रंथ साहिब जी ने केवल तो केवल सानू एक अजिही सोच दी है कि जिंदगी अंदर इन्हां दुखां तो भव सागर तो यकीनन पार उतरिया जा सकता है, पर जेकर दिन रात आपां शुभ किरत करिए, उठते हाँ, बैठते हाँ, सुते हाँ, जागते हाँ, उस परमात्मा के प्यार में जुड़ जाइए। यह है संत का मार्ग, यह है धर्म की पौड़ी। पर सतगुरु जी ने गल की को वडभागी पाए, को वड्डे भागां वाला बंदा ये शुभ किरत करता है। माड़े काम करने लई बंदा किसी की सलाह नहीं लैंदा। एक मनुख दे मन की फितरत है कि चंगियाई आलक करे, बुरियाई होए शेर। चंगे कामां लई बड़ा आलसी है। जे कदे बंदा जिंदगी चंगा काम कर भी लेगा ना, फिर वो यतन करता कि बहुते लोगों को पता लगे। माड़े काम का तो नहीं बहुते लोगों को पता लगता। अज तक तुसीं देखिया होएगा धर्म स्थानां दे बाहर तो आपां पढ़िया लिखते दानी सज्जणां दे नाम, धर्म स्थानां ते आपां ये तो सुनते कि फलाना बंदा बड़ी सेवा करता है, फलाना बंदा बहुत ज़्यादा दान करता है, जां फलाना बंदा बड़ा चंगा है, जां लोकां दीयां डायरियां पढ़ के देख ली उत्थे लिखिया हुंदा जी इन्ना कुछ मैं कीता, जां अपने मुख तो बंदा बड़ा सुनाएगा इन्ने वजे उठदा है, यह काम करदा है। कदी तुसीं उन्हां लोकां दे मुख तो भी ये गल सुनी है जिहड़े माड़े काम करदे ने? वो गल बड़ी दबा के रखते हैं। कदी शराब के ठेकिਆਂ के बाहर लिस्ट नहीं लिखी होगी किन्नी किसी ने पीती है। जूए घर के बाहर जाके कदी नहीं देखा होगा किन्ना किसी ने जुआ खेडिया है। माड़े स्थानों पर जाके कदी किसी की लिस्ट ना सुनी जाती है, ना पढ़ी जाती, ना सुनाई जाती है, और ना कोई दसदा किवें माड़ा काम इन्हां कीता है। यही कारण है दुनिया के अंदर धार्मिक कामां की कमी कोई नहीं है। दुनिया के अंदर जिन्नी धर्म ते मैन पावर लग रही है, मनी पावर लग रही है, कोई कमी नहीं है। कारण की है कि समाज में खुशहाली क्यों नहीं आ रही?
ਮਨੁੱਖੀ ਸਮਾਜ ਜਿਹੜਾ ਉਹਦੇ ਵਿੱਚ ਆਏ ਦਿਨ ਗਿਰਾਵਟ ਕਿਉਂ ਆ ਰਹੀ ਹੈ, ਪੱਧਰ ਕਿਉਂ ਨੀਵਾਂ ਹੋ ਰਿਹਾ ਹੈ, ਲੈਵਲ ਕਿਉਂ ਡਾਊਨ ਹੋਈ ਜਾ ਰਿਹਾ ਹੈ? ਉਹਦਾ ਇੱਕੋ ਇੱਕ ਕਾਰਨ ਹੈ ਕਿ ਜੋ ਕੁਝ ਹੋ ਰਿਹਾ ਹੈ ਨਾ, ਬੰਦਾ ਬੁਰਾਈਆਂ ਨੂੰ ਬੜਾ ਲੁਕਾ ਕੇ ਰੱਖਦਾ ਹੈ, ਲੇਕਿਨ ਆਪਣੀਆਂ ਚੰਗਿਆਈਆਂ ਨੂੰ ਲੋਕਾਂ ਦੇ ਸਾਹਮਣੇ ਦੱਸਣਾ ਚਾਹੁੰਦਾ ਹੈ। ਗੁਰਬਾਣੀ ਕਹਿੰਦੀ ਪ੍ਰਮਾਤਮਾ ਦੇ ਪਿਆਰ ਜੁੜ ਕੇ ਸ਼ੁਭ ਕਿਰਤ ਕਰੋ, ਲੇਕਿਨ ਮਨ ਬੁਰੇ ਕੰਮ ਕਰਕੇ ਉਹਨੂੰ ਚੰਗਿਆਂ ਬਣਾਉਣ ਦਾ ਯਤਨ ਕਰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਵਿਧਾਨ ਦਿੱਤਾ ਹੈ, ਅੱਜ ਦਾ ਜੋ ਦਿਹਾੜਾ ਸ਼ੁਰੂ ਹੋਇਆ, ਅੱਜ ਤੋਂ ਭਾਦੋਂ ਦੇ ਮਹੀਨੇ ਦੀ ਰਮਤਾ, ਉੱਥੇ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ, ਭਾਦੋਂ ਭਰਮ ਭੁਲਾਣੀ ਆ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ, ਜੇ ਦਿਨ ਰਹਿ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਏ ਨੂੰ ਦੂਤ ਜਮ, ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਨੇ ਮਾਹੇ, ਜਿਨਸੋਂ ਲਗਾ ਹੇਤ, ਹੱਥ ਮਰੋੜੇ ਤਨ ਕੱਪੇ ਸਿਆਹੋਂ ਹੋਵਾ ਸੇਤ। ਅਗਲਾ ਬਚਨ ਕਿ ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਤੂੰ ਬੀਜੇਗਾ, ਇਹ ਸਰੀਰ ਕਰਮਾਂ ਦੀ ਧਰਤੀ ਹੈ। ਸ਼ੁਭ ਕਿਰਤ ਕਰੇਗਾ ਯਕੀਨਨ ਉਹ ਪ੍ਰਫੁੱਲਤ ਹੋਏਗੀ, ਦੁੱਕ੍ਰਿਤ ਕਰੇਗਾ ਯਕੀਨਨ ਉਹ ਵੀ ਪ੍ਰਫੁੱਲਤ ਹੋਏਗੀ। ਪਰ ਦੁੱਕ੍ਰਿਤ ਤੇ ਸੁਕ੍ਰਿਤ ਕਰਨ ਦਾ ਇੱਕ ਤਰੀਕਾ ਹੈ। ਬੰਦਾ ਦੁੱਕ੍ਰਿਤ ਕਰਦਾ ਹੈ, ਜ਼ਿਮੀਂਦਾਰ ਲੋਕ ਜਦੋਂ ਫਸਲ ਬੀਜਦੇ ਆ ਨਾ, ਉਹ ਜੋ ਵੀ ਦਾਣੇ ਨੇ ਡੂੰਘੇ ਸਿਆੜ ਵਿੱਚ ਸੁੱਟਦੇ ਨੇ, ਉੱਪਰ ਫਿਰ ਸੁਹਾਗਾ ਮਾਰ ਦਿੰਦੇ ਨੇ। ਜਿਹੜੇ ਦਾਣੇ ਡੂੰਘੇ ਚਲੇ ਜਾਣਗੇ ਉਹ ਯਕੀਨਨ ਉਗਣਗੇ, ਜਿਨ੍ਹਾਂ ਦਾਣਿਆਂ ਨੂੰ ਜੋ ਗਵੱਤਰ ਮਿਲ ਗਿਆ ਉਹ ਯਕੀਨਨ ਉਗਣਗੇ। ਲੇਕਿਨ ਜਿਹੜੇ ਦਾਣੇ ਤੁਸੀਂ ਬਾਹਰ ਹੀ ਸੁੱਟ ਆਏ ਹੋ, ਜਿਨ੍ਹਾਂ ਨੂੰ ਜੋ ਗਵੱਤਰ ਨਹੀਂ ਮਿਲਿਆ, ਉਹ ਉਗਣਗੇ ਵੀ ਨਹੀਂ, ਉਹਨਾਂ ਨੂੰ ਪੰਛੀ ਚੁਗ ਜਾਣਗੇ। ਬਿਲਕੁਲ ਇਸ ਤਰ੍ਹਾਂ ਇਹ ਨਹੀਂ ਹੈ ਕਿ ਦੁਨੀਆ 'ਚ ਚੰਗੇ ਕੰਮ ਕਰਨ ਵਾਲਿਆਂ ਦੀ ਕਮੀ ਹੈ। ਬੜੇ ਬੜੇ ਚੰਗੇ ਲੋਕ ਨੇ, ਉੱਤਮ ਕਰਮ ਕਰਨ ਵਾਲੇ ਨੇ, ਭਜਨ ਬੰਦਗੀ ਕਰਨ ਵਾਲੇ ਨੇ। ਲੇਕਿਨ ਕਾਰਨ ਕੀ ਹੈ ਕਿ ਇੰਨਾ ਕੁਝ ਭਜਨ ਬੰਦਗੀ ਹੁੰਦਿਆਂ, ਇੰਨਾ ਕੁਝ ਉੱਤਮ ਕਰਮ ਹੁੰਦਿਆਂ ਹੋਇਆਂ ਫਿਰ ਸਮਾਜ ਖੁਸ਼ਹਾਲ ਨਹੀਂ ਹੋ ਰਿਹਾ। ਫਿਰ ਸਮਾਜ ਵਿੱਚ ਉਸਾਰੀ ਦੀ ਗੱਲ ਕਿਉਂ ਨਹੀਂ ਸ਼ੁਰੂ ਹੋ ਰਹੀ? ਆਏ ਦਿਨ ਨਿਰਾਸ਼ਤਾ ਦੀ ਗੱਲ ਕਿਉਂ ਸ਼ੁਰੂ ਹੁੰਦੀ ਹੈ? ਜਿੱਥੇ ਬੈਠੀ ਉੱਥੇ ਕੌਮੀ ਪੱਧਰ ਦੀ ਚਿੰਤਾ ਹੀ ਹੁੰਦੀ ਹੈ, ਕੌਮ ਦਾ ਕੀ ਬਣੇਗਾ। ਉਹਦਾ ਇੱਕੋ ਇੱਕ ਕਾਰਨ ਹੈ ਕਿ ਜਿਹੜਾ ਬੰਦਾ ਮਾੜਾ ਕਰਮ ਕਰਦਾ ਉਹਨੂੰ ਬੜਾ ਲੁਕਾ ਕੇ ਰੱਖਦਾ। ਜਿਵੇਂ ਜਿਹੜਾ ਬੀਜ ਲੁਕਾ ਦਿਓਗੇ ਉਹ ਜ਼ਰੂਰ ਉੱਗੇਗਾ, ਉਹ ਜ਼ਰੂਰ ਫਲੀ ਭੂਤ ਹੋਏਗਾ। ਪਰ ਜਿਹੜਾ ਬੀਜ ਤੁਸੀਂ ਬਾਹਰ ਸੁੱਟ ਦਿਓਗੇ ਉਹ ਆਵਾਗੌਣ ਚਲਿਆ ਜਾਏਗਾ। ਬੁਰਾਈਆਂ ਨੂੰ ਬੰਦਾ ਬੜਾ ਲੁਕਾ ਕੇ ਰੱਖਦਾ, ਉਹ ਕਿਸੇ ਨੂੰ ਦੱਸਦਾ ਹੀ ਨਹੀਂ ਹੈ। ਲੇਕਿਨ ਚੰਗਿਆਈਆਂ ਨੂੰ ਅਡੰਬਰ ਕਰਦਾ ਹੈ, ਚੰਗਿਆਈਆਂ ਨੂੰ ਲੋਕਾਂ 'ਚ ਨਸਰ ਕਰਦਾ ਹੈ। ਇਹਨਾਂ ਕੁਝ ਕਰਦਿਆਂ ਫਿਰ ਉਹ ਸਾਰੇ ਕਰਮ ਜਿਹੜੇ ਪ੍ਰਫੁੱਲਤ ਨਹੀਂ ਹੋ ਰਹੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸ਼ੁਭ ਕਿਰਤ ਕਰੀਏ, ਪਰ ਸ਼ੁਭ ਕਿਰਤ ਕਰਦਿਆਂ ਇਸ ਕਿਰਤ ਨੂੰ ਆਪਾਂ ਆਪਣੇ ਹਿਰਦੇ 'ਚ ਸੰਭਾਲ ਕੇ ਰੱਖੀਏ। ਜੇਕਰ ਉਠਤ ਬੈਠਤ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਯਕੀਨਨ ਤੁਸੀਂ ਭਉ ਸਾਗਰ ਨੂੰ ਪਾਰ ਕਰ ਜਾਓਗੇ। ਤੁਸੀਂ ਇਹ ਚਿੰਤਾਵਾਂ ਤੋਂ, ਫਿਕਰਾਂ ਤੋਂ, ਲੋਭ ਦੀਆਂ ਲਹਿਰਾਂ ਤੋਂ, ਔਗਣਾਂ ਤੋਂ, ਵਿਕਾਰਾਂ ਤੋਂ ਯਕੀਨਨ ਮੁਕਤ ਹੋ ਜਾਓਗੇ। ਸਤਿਗੁਰੂ ਜੀ ਨੇ ਬਚਨ ਕੇ ਜਦੋਂ ਤੁਸੀਂ ਇਸ ਮਾਰਗ 'ਤੇ ਚੱਲੋਗੇ, ਜੋ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਸਾਹਿਬ ਜੀ ਕਹਿੰਦੇ ਨੇ ਜ਼ਿੰਦਗੀ ਦੇ ਅੰਦਰ ਕਰੋੜਾਂ ਵਿਘਨ ਵੀ ਵਿਸਣਗੇ, ਦੁੱਖ ਵੀ ਵਿਨਸ ਜਾਣਗੇ। ਤੇ ਗੁਰਦੇਵ ਜੀ ਨੇ ਅਖੀਰ ਤੇ ਗੱਲ ਕੀ, ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ। ਜ਼ਿੰਦਗੀ 'ਚੋਂ ਪਾਪਾਂ ਦੀ ਗੱਲ ਖਤਮ ਹੋ ਜਾਏਗੀ। ਇੱਕ ਹੁੰਦੇ ਨੇ ਪਾਪੀ ਤੇ ਇੱਕ ਹੁੰਦੇ ਨੇ ਅਪਰਾਧੀ। ਅਪਰਾਧ ਬੰਦਾ ਸਰੀਰ ਨਾਲ ਕਰਦਾ ਹੈ, ਫਿਜ਼ੀਕਲ ਤੌਰ 'ਤੇ ਕਰਦਾ ਹੈ, ਤੇ ਲੇਕਿਨ ਪਾਪ ਬੰਦਾ ਮਨ ਦੇ ਨਾਲ ਕਰਦਾ ਹੈ। ਧਰਤੀ 'ਤੇ ਪਾਪੀਆਂ ਦੀ ਗਿਣਤੀ ਬਹੁਤੀ ਹੈ, ਲੇਕਿਨ ਉਹਨਾਂ ਦਾ ਪਤਾ ਨਹੀਂ ਹੈ। ਅਪਰਾਧੀਆਂ ਦੀ ਗਿਣਤੀ ਇੰਨੀ ਨਹੀਂ ਹੈ। ਅਪਰਾਧੀਆਂ ਨੂੰ ਸਜ਼ਾਵਾਂ ਦੇਣ ਦੇ ਲਈ ਤੇ ਬੜੇ ਪ੍ਰਬੰਧ ਨੇ, ਪੁਲਿਸ ਹੈ, ਕੋਰਟਾਂ ਕਚਹਿਰੀਆਂ ਨੇ ਜਾਂ ਜੇਲ੍ਹਾਂ ਬਣੀਆਂ ਹੋਈਆਂ ਨੇ, ਲੇਕਿਨ ਪਾਪੀਆਂ ਨੂੰ ਸਜ਼ਾ ਦੇਣ ਲਈ ਇਸ ਧਰਤੀ 'ਤੇ ਕੋਈ ਰਸਤਾ ਨਹੀਂ ਹੈ। ਗੁਰਬਾਣੀ ਕਹਿੰਦੇ ਪਾਪ ਜਿਹੜਾ ਨਾ ਉਹ ਮਨੁੱਖ ਮਨ ਨਾਲ ਕਰਦਾ। ਪਾਪ ਕੀ ਹੈ? ਝੂਠ ਬੋਲਣਾ ਪਾਪ ਹੈ, ਲੋਭ ਕਰਨਾ ਪਾਪ ਹੈ, ਬੇਈਮਾਨੀ ਕਰਨਾ ਪਾਪ ਹੈ, ਕਿਸੇ ਦਾ ਦਿਲ ਦਿਖਾਉਣਾ ਪਾਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਦੋਂ ਦਿਨ ਰਾਤ ਤੁਸੀਂ ਸ਼ੁਭ ਕਿਰਤ ਕਰੋਗੇ ਨਾ, ਅੰਮ੍ਰਿਤ ਵੇਲੇ ਉੱਠਦਿਆਂ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋਗੇ, ਅੰਮ੍ਰਿਤ ਵੇਲੇ ਉੱਠਦਿਆਂ ਹੀ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਓਗੇ। ਇੱਕ ਵਿਦਵਾਨ ਦਾ ਕਥਨ, ਕਿਉਂਕਿ ਦੁਨੀਆ ਆਮ ਇਹ ਗੱਲ ਕਹਿੰਦੀ ਹੈ ਕਿ ਸਵੇਰੇ ਉੱਠਦਿਆਂ ਰੱਬ ਦਾ ਸਿਮਰਨ ਕਰਨਾ ਕੀ ਹੋ ਜਾਏਗਾ, ਸਤ ਸੰਗਤ 'ਚ ਬੈਠਣ ਨਾਲ ਕੀ ਹੋ ਜਾਏਗਾ। ਇੱਕ ਬੜੇ ਸਿਆਣੇ ਵਿਦਵਾਨ ਨੇ ਗੱਲ ਕਹੀ ਹੈ, ਵਨ ਪੋਜ਼ਿਟਿਵ ਥਾਟ ਇਨ ਦਾ ਮਾਰਨਿੰਗ ਕੈਨ ਚੇਂਜ ਯੂਰ ਹੋਲ ਡੇ। ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਤੁਸੀਂ ਇੱਕ ਪੋਜ਼ਿਟਿਵ ਥਾਟ ਪੈਦਾ ਕਰਦੇ ਹੋ, ਤੁਹਾਡੇ ਸਾਰੇ ਦਿਨ ਨੂੰ ਬਦਲ ਕੇ ਰੱਖ ਦਿੰਦਾ। ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦੇ ਪਿਆਰ ਜੁੜਦੇ ਹਾਂ, ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜਦੇ ਹਾਂ, ਸਾਡਾ ਸਾਰਾ ਦਿਨ ਹੀ ਖੁਸ਼ਹਾਲ ਹੋ ਜਾਂਦਾ ਹੈ। ਇਸ ਕਰਕੇ ਜੇ ਅੱਜ ਦਾ ਦਿਨ ਖੁਸ਼ਹਾਲ ਹੈ, ਰਾਤ ਨੂੰ ਪ੍ਰਮਾਤਮਾ ਨੂੰ ਯਾਦ ਕਰ ਲਈਏ, ਰਾਤ ਖੁਸ਼ਹਾਲ ਹੋ ਜਾਏਗੀ। ਦਿਨ ਯਾਦ ਕਰ ਲਈਏ। ਖੁਸ਼ੀ ਇਸ ਗੱਲ ਵਿੱਚ ਨਹੀਂ ਹੈ ਕਿ ਤੁਹਾਡੇ ਕੋਲ ਕਿੱਡਾ ਵੱਡਾ ਰੁਤਬਾ ਹੈ। ਖੁਸ਼ੀ ਇਸ ਗੱਲ ਵਿੱਚ ਨਹੀਂ ਹੈ ਕਿ ਤੁਹਾਡੇ ਕੋਲ ਕਿੰਨੀ ਕੁ ਵੱਡੀ ਮਾਇਆ ਹੈ ਜਾਂ ਧਨ ਪਦਾਰਥ ਹੈ। ਖੁਸ਼ੀ ਇਸ ਗੱਲ ਵਿੱਚ ਨਹੀਂ ਹੈ ਕਿ ਤੁਹਾਡੇ ਕੋਲ ਕਿੰਨੀ ਕੁ ਪਾਵਰ ਹੈ। ਖੁਸ਼ੀ ਕਿਸੇ ਵੱਡੀ ਚੀਜ਼ ਨਾਲ ਸੰਬੰਧ ਨਹੀਂ ਰੱਖਦੀ। ਨਿੱਕੀਆਂ ਨਿੱਕੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਨੁੱਖ ਨੂੰ ਸੁੱਖਾਂ ਦੇ ਘਰ 'ਚ ਲੈ ਜਾਂਦੀਆਂ ਨੇ। ਰੇਤ ਦੇ ਕਿਣਕੇ ਇਕੱਠੇ ਕਰੀ ਜਾਓ, ਕੀ ਹੁੰਦਾ ਹੈ? ਸਹਿਜੇ ਸਹਿਜੇ ਆਪਾਂ ਦੇਖਦੇ ਕਿ ਮਾਰੂਥਲ ਬਣ ਜਾਂਦਾ ਹੈ।
ਪਾਣੀ ਦੀਆਂ ਬੂੰਦਾਂ ਇਕੱਠੀਆਂ ਕਰੀ ਜਾਓ, ਸਹਿਜੇ ਸਹਿਜੇ ਇੱਕ ਵੱਡਾ ਸਰੋਵਰ ਬਣ ਜਾਂਦਾ ਹੈ। ਬਿਲਕੁਲ ਨਿੱਕੀਆਂ ਨਿੱਕੀਆਂ ਚੀਜ਼ਾਂ 'ਚੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਖੁਸ਼ੀ ਮੰਨਣ ਦਾ ਯਤਨ ਕਰੋ, ਤੁਹਾਡੀ ਜ਼ਿੰਦਗੀ ਸੁੱਖਾਂ ਦੇ ਘਰ ਚਲੀ ਜਾਏਗੀ, ਤੁਹਾਡਾ ਜੀਵਨ ਸੁੱਖਾਂ ਨਾਲ ਭਰਪੂਰ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸੁੱਖਾਂ ਦੇ ਘਰ 'ਚ ਨਿਵਾਸ ਕਰਨ ਦੀ ਗੱਲ ਕਹੀ ਹੈ। ਐਕਚੁਅਲੀ ਪ੍ਰਮਾਤਮਾ ਨੇ ਦੁੱਖ ਮਨੁੱਖ ਨੂੰ ਦਿੱਤਾ ਹੀ ਕੋਈ ਨਹੀਂ ਹੈ, ਦੁੱਖ ਮਨੁੱਖ ਦੇ ਆਪਣੇ ਅੰਦਰੋਂ ਪੈਦਾ ਹੋ ਗਏ ਨੇ। ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾ ਹੈ। ਇਸ ਮਨੁੱਖ ਨੂੰ ਦਰਅਸਲ ਇਸ ਧਰਤੀ ਤੇ ਰਹਿਣ ਦੀ ਜਾਚ ਨਹੀਂ ਆਈ, ਜਿਉਣ ਦੀ ਜਾਚ ਨਹੀਂ ਆਈ। ਇਸ ਬ੍ਰਹਿਮੰਡ ਦੇ ਅੰਦਰ ਸਭ ਤੋਂ ਮਹਾਨ ਉੱਤਮ ਪਲੈਨਟ ਹੈ ਧਰਤੀ, ਤੇ ਇਸ ਮਹਾਨ ਧਰਤੀ ਤੇ ਕੇਵਲ ਉੱਤਮ ਜ਼ਿੰਦਗੀ ਹੈ ਮਨੁੱਖ ਦੀ। ਜੇ ਮਨੁੱਖ ਦੀ ਜ਼ਿੰਦਗੀ ਉੱਤਮ ਹੈ, ਜੇ ਧਰਤੀ ਉੱਤਮ ਹੈ, ਤੇ ਮਨੁੱਖ ਦੀ ਜੀਵਨ ਜਾਚ ਵੀ ਤੇ ਉੱਤਮ ਹੋਣੀ ਚਾਹੀਦੀ ਹੈ। ਪਰ ਜਦੋਂ ਮਨੁੱਖ ਵੱਲ ਨਜ਼ਰ ਮਾਰਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵੀ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਹੈਗਾ ਮਨੁੱਖ ਹੈ ਪਰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਇਹਦੀ ਕਰਨੀ ਜਿਹੜੀ ਮਨੁੱਖਾਂ ਵਾਲੀ ਨਹੀਂ ਬਣੀ, ਕਰਮ ਅਜੇ ਮਨੁੱਖਾਂ ਵਾਲੇ ਨਹੀਂ ਬਣੇ। ਜਿੰਨਾ ਚਿਰ ਇਹ ਸ਼ੁਭ ਕਿਰਤ ਨਹੀਂ ਕਰਦਾ, ਸੁਕ੍ਰਿਤ ਨਹੀਂ ਕਰਦਾ, ਉਹਨਾਂ ਚਿਰ ਸੁੱਖਾਂ ਦੇ ਘਰ 'ਚ ਲਿਵਲੀਨ ਨਹੀਂ ਹੋ ਸਕਦਾ। ਇਸ ਕਰਕੇ ਇਹਦਾ ਮਤਲਬ ਕਿ ਦੁੱਖ ਜਿਹੜੇ ਨੇ ਇਹਦੀ ਦੁੱਕ੍ਰਿਤ ਵਿੱਚੋਂ ਪੈਦਾ ਹੋਏ ਨੇ, ਮਾੜੀ ਕਿਰਤ ਵਿੱਚੋਂ ਪੈਦਾ ਹੋਏ ਨੇ। ਜੋ ਜੋ ਕਰਮ ਅਸੀਂ ਮਾੜੇ ਕਰਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਜੋ ਜੋ ਕਰਮ ਕੀਓ ਲਾਲਚ ਲੱਗ ਤਿਹ ਤੇ ਆਪ ਬੰਧਾਇਓ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤੋਂ ਚਲੀਏ ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤ ਸਕੀਨੀ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ, ਜਾਲੀ ਰੈਨ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ। ਕਹਿਣ ਲੱਗੇ ਰਸ ਰਸ ਚੋਗ ਚੁਗੇ ਨਿਤ ਪ੍ਰਾਣੀ ਛੂਟ ਸਮੂੜੇ ਕਵਣ ਗੁਣੀ। ਸਤਿਗੁਰੂ ਜੀ ਕਹਿੰਦੇ ਦਰਅਸਲ ਜ਼ਿੰਦਗੀ ਦੇ ਅੰਦਰ ਸਾਡੀ ਜਿਹੜੀ ਕਰਨੀ ਹੈ ਨਾ, ਇਹ ਕਾਗਜ਼ ਦੀ ਨਹੀਂ ਆਈ ਹੈ। ਤੇ ਜਿਹੜੇ ਅਸੀਂ ਕਰਮ ਕਰਦੇ, ਭਾਵੇਂ ਮਾੜੇ ਕਰਮ ਤੇ ਭਾਵੇਂ ਬੁਰੇ ਕਰਮ, ਭਾਵੇਂ ਸੁਕ੍ਰਿਤ ਤੇ ਭਾਵੇਂ ਦੁੱਕ੍ਰਿਤ, ਉਹ ਸਾਡੇ ਲੇਖ ਬਣਦੇ ਜਾਂਦੇ ਨੇ। ਸਾਡੇ ਮਨਾਂ 'ਚ ਇੱਕ ਬੜਾ ਵੱਡਾ ਭਰਮ ਹੈ ਕਿ ਇਹ ਜ਼ਿੰਦਗੀ ਤੋਂ ਪਹਿਲਾਂ ਕੋਈ ਆਪਾਂ ਚੰਗੇ ਕਰਮ ਕੀਤੇ ਤੇ ਤਾਂ ਸਾਨੂੰ ਮਨੁੱਖਾ ਦੇਹੀ ਮਿਲੀ, ਇਹੀ ਕਿਹਾ ਜਾਂਦਾ ਹੈ ਨਾ। ਪਰ ਆਪਾਂ ਜੇ ਇੱਕ ਸੋਚੀਏ ਬੈਠ ਕੇ ਇਮਾਨਦਾਰੀ ਨਾਲ ਕਿ ਉਹ ਸ਼ੁਭ ਕਰਮਾਂ ਕਿਸ ਜਨਮ 'ਚ ਕੀਤੇ ਸਨ, ਆਪਾਂ ਉਦੋਂ ਕਾਂ ਸੀ, ਕੁੱਤੇ ਸੀ, ਕਦੋਂ ਕੀਤੇ ਆਪਾਂ? ਦਰਅਸਲ ਅਸੀਂ ਪਹਿਲਾਂ ਕੁਝ ਕੀਤਾ ਜਾਂ ਨਹੀਂ ਕੀਤਾ, ਜ਼ਿੰਦਗੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਰਹਿਮਤ ਹੈ, ਇੱਕ ਸਾਨੂੰ ਗਿਫਟ ਮਿਲਿਆ, ਇੱਕ ਤੋਹਫਾ ਮਿਲਿਆ। ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਭਈ ਪ੍ਰਾਪਤ ਮਾਨੁਖ ਦੇਹਰੀਆ। ਜਿੱਥੇ ਕਿ ਕਿਹਾ ਕਬੀਰ ਮਾਨਸ ਜਨਮ ਦੁਰਲਭ ਹੈ। ਵਾਹਿਗੁਰੂ ਜੀ ਨੇ ਇਹ ਦੁਰਲਭ ਦੇਹੀ ਸਾਨੂੰ ਬਖਸ਼ਿਸ਼ ਕੀਤੀ ਹੈ, ਇਹਦੇ ਮਗਰ ਸਾਡਾ ਕੋਈ ਸ਼ੁਭ ਕਰਮ ਨਹੀਂ ਹੈ। ਹਾਂ, ਇਹ ਸ਼ੁਭ ਕਰਮ ਕਰਨ ਲਈ ਜ਼ਿੰਦਗੀ ਮਿਲੀ ਹੈ। ਬੰਦਾ ਇਹ ਜ਼ਿੰਦਗੀ ਸ਼ੁਭ ਕਰਮੇ ਕਰੇ ਫਿਰ ਤੇ ਮਹਾਨ ਹੈ, ਪਰ ਬੰਦਾ ਇਹ ਜ਼ਿੰਦਗੀ 'ਚ ਦੁੱਕ੍ਰਿਤ ਕਰਦਾ ਵੀ ਕਹੀ ਜਾਂਦਾ ਜੀ ਮੈਂ ਕੋਈ ਪੂਰਬਲੇ ਚੰਗੇ ਕਰਮ ਕੀਤੇ ਤਾਂ ਮੈਨੂੰ ਮਨੁੱਖਾ ਦੇਹੀ ਮਿਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੀਤੇ ਨੇ ਚੰਗੀ ਗੱਲ ਹੈ, ਪਰ ਆਹ ਜ਼ਿੰਦਗੀ ਸ਼ੁਭ ਕਿਰਤ ਕਰਨ ਲਈ ਮਿਲੀ ਹੈ। ਇਸ ਜ਼ਿੰਦਗੀ ਅੰਦਰ ਸ਼ੁਭ ਕਿਰਤ ਕਰੇਗਾ, ਤੂੰ ਜ਼ਿੰਦਗੀ ਅੰਦਰ ਮਹਾਨ ਬਣਦਾ ਜਾਏਗਾ। ਗੁਰਬਾਣੀ ਕਹਿੰਦੀ ਕਿ ਤੇਰੇ ਕਰਮ ਹੀ ਦਰਅਸਲ ਤੇਰੇ ਲੇਖ ਨੇ। ਇਹ ਪੂਰਬਲੇ ਕਰਮ ਕਿਨੇ ਅੱਜ ਤੋਂ ਪਹਿਲਾਂ ਅਸੀਂ ਜੋ ਕੁਝ ਕੀਤਾ ਉਹ ਸਾਡੇ ਲੇਖ ਬਣਦੇ ਚਲੇ ਜਾਂਦੇ ਨੇ। ਜਦੋਂ ਆਪਾਂ ਸਤ ਸੰਗਤ 'ਚ ਬੈਠ ਕੇ ਉੱਤਮ ਕਰਮ ਕਰਦੇ ਹਾਂ, ਸਤਿਪੁਰਖਾਂ ਦੀ ਸੰਗਤ 'ਚ ਬੈਠ ਕੇ ਕਰਮ ਕਰਾਂਗੇ, ਉਹ ਕਰਮ ਸਾਡੇ ਸੁਕ੍ਰਿਤ ਬਣਦੇ ਜਾਣਗੇ। ਸਤ ਸੰਗਤ ਮਨੁੱਖ ਦੇ ਸੁਭਾਅ ਨੂੰ ਬਦਲ ਦਿੰਦੀ ਹੈ। ਸਤ ਸੰਗਤ ਉਹ ਸਥਾਨ ਹੈ, ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਜਦੋਂ ਆਪਾਂ ਕੋਈ ਬੀਜ ਬੀਜਦੇ ਉਹਦੇ ਲਈ ਜੋਗਵੱਤਰ ਹੋਣਾ ਚਾਹੀਦਾ। ਕਈ ਵਾਰੀ ਬੀਜ ਬੜਾ ਵਧੀਆ ਹੁੰਦਾ ਹੈ ਪਰ ਉਹਨੂੰ ਧਰਤੀ ਵਧੀਆ ਨਹੀਂ ਮਿਲਦੀ। ਬੀਜ ਬੜਾ ਵਧੀਆ ਹੁੰਦਾ, ਚੰਗਾ ਬੀਜ ਕੇਵਲ ਜ਼ਿਮੀਂਦਾਰ ਰੇਤਲੀ ਧਰਤੀ 'ਚ ਜਾਂ ਬੰਜਰ ਧਰਤੀ ਸੁੱਟ ਕੇ ਆ ਜਾਏ ਕੋਈ ਫਲ ਨਹੀਂ ਮਿਲੇਗਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਦੇ ਕੋਲ ਬੀਜ ਬੜੇ ਵਧੀਆ ਨੇ, ਪਰ ਮਾਫ ਕਰਨਾ, ਬੀਜ ਦੇ ਨਾਲ ਸਾਡੀ ਹਿਰਦੇ ਦੀ ਧਰਤੀ ਵੀ ਵਧੀਆ ਹੋਣੀ ਚਾਹੀਦੀ ਹੈ। ਉੱਥੇ ਵੀ ਵੱਤਰ ਅਨੁਕੂਲ ਹੋਣਾ ਚਾਹੀਦਾ ਹੈ। ਉੱਥੇ ਵੱਤਰ ਅਨੁਕੂਲ ਉਦੋਂ ਬਣੇਗਾ ਜਦੋਂ ਆਪਾਂ ਸਤ ਸੰਗਤ ਜਾਵਾਂਗੇ, ਜਦੋਂ ਆਪਾਂ ਸ੍ਰੇਸ਼ਟ ਪੁਰਖਾਂ ਦੀ ਸੰਗਤ 'ਚ ਬੈਠਾਂਗੇ, ਜਦੋਂ ਆਪਾਂ ਪਰਮਾਤਮਾ ਦੇ ਪਿਆਰ ਵਿੱਚ ਚਲਾਂਗੇ। ਜਿੱਥੇ ਸਤਿਗੁਰੂ ਜੀ ਨੇ ਗੱਲ ਕਹੀ ਨਾ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਉਹ ਕਰਮਾਂ ਦਾ ਅੰਕੁਰ ਜਿਹੜਾ ਹੈ ਉਹ ਸਤ ਸੰਗਤ ਵਿੱਚ ਆ ਕੇ ਬਣਨੇ, ਸ਼ੁਭ ਕਿਰਤ ਕਰਦਿਆਂ ਬਣਨੇ। ਇਸ ਕਰਕੇ ਜਦੋਂ ਸਾਡੇ ਉਹ ਕਰਮਾਂ ਦੇ ਅੰਕੁਰ ਪ੍ਰਗਟ ਹੋ ਗਏ, ਅਸੀਂ ਸੁੱਖ ਘਰ ਵਿੱਚ ਲਿਵਲੀਨ ਹੋ ਜਾਵਾਂਗੇ। ਪਰਮਾਤਮਾ ਹਰ ਮਨੁੱਖ ਨੂੰ ਸੁੱਖ ਦਿੰਦਾ ਹੈ, ਔਰ ਸੁੱਖ ਮਨੁੱਖ ਦੇ ਲਈ ਨੇ। ਪਰਮਾਤਮਾ ਨੇ ਇਸ ਸੰਸਾਰ ਨੂੰ ਆਪ ਸਾਜਿਆ ਹੋਇਆ। ਜਿਵੇਂ ਕੋਈ ਅਧਿਆਪਕ ਇਹ ਚਾਹੁੰਦਾ ਹੈ ਕਿ ਉਹਦਾ ਹਰ ਵਿਦਿਆਰਥੀ ਜਿਹੜਾ ਚੰਗੇ ਨੰਬਰਾਂ 'ਚ ਪਾਸ ਹੋਏ, ਇੰਟੈਲੀਜੈਂਟ ਹੋਏ। ਜਿਵੇਂ ਕੋਈ ਮਾਤਾ ਪਿਤਾ ਚਾਹੁੰਦਾ ਹੈ ਉਹਦਾ ਹਰ ਬੱਚਾ ਕਾਮਯਾਬ ਹੋਏ, ਸਫਲ ਹੋਏ, ਨੇਕ ਇਨਸਾਨ ਬਣੇ, ਸਫਲ ਇਨਸਾਨ ਬਣੇ। ਜਿਵੇਂ ਕੋਈ ਜ਼ਿਮੀਂਦਾਰ ਚਾਹੁੰਦਾ ਹੈ ਉਹਦੀ ਸਾਰੀ ਫਸਲ ਜਿਹੜੀ ਬੜੀ ਵਧੀਆ ਹੋਏ। ਕਦੀ ਕੋਈ ਚਾਹੁੰਦਾ ਜ਼ਿਮੀਂਦਾਰ ਕਿ ਉਹਦੀ ਫਸਲ ਅੱਧੀ ਚੰਗੀ ਹੋਏ, ਅੱਧੀ ਮਾੜੀ ਹੋਏ। ਕੋਈ ਅਧਿਆਪਕ ਨਹੀਂ ਚਾਹੁੰਦਾ ਕਿ ਅੱਧੇ ਬੱਚੇ ਨਲਾਇਕ ਹੋ ਜਾਣ, ਅੱਧੇ ਚੰਗੇ ਹੋ ਜਾਣ। ਕੋਈ ਮਾਂ ਪਿਓ ਨਹੀਂ ਚਾਹੁੰਦਾ ਉਹਦੇ ਬੱਚੇ ਨਿਕੰਮੇ ਹੋਣ। ਬਿਲਕੁਲ ਪਰਮਾਤਮਾ ਇਸ ਜਗਤ ਦਾ ਮਾਲਕ ਹੈ।
गुरु ग्रंथ साहिब जी कहते ये जग वाड़ी मेरा प्रमाली सार संभाले को ना ही खाली। परमात्मा हर मनुख की संभाल कर रहे है। परमात्मा हर मनुख को चंगिया बनाना चाहता है। परमात्मा किसी को दुख नहीं देना चाहता, हर मनुख को सुख देना चाहता है। दुख इस गल चों पैदा हो गए असी जिंदगी अंदर दुखरित कर लग पे। एक मनुख के मन च एक ख्याल है कि आज़ादी है जी, सानू आज़ादी होनी चाहिए है। किसी बंदे नूं कहिए सत संगत में आया करो जां जिंदगी के अंदर कोई गुरु नाल जुड़ जाओ, गुरु वाले बन जाओ, बंदा कहता जी मेरी जिंदगी मैनू आज़ादी होनी चाहिए है। दरअसल मनुख नूं आज़ादी के अर्थां का ही नहीं पता। आज़ादी आवारागर्दी नूं नहीं कहा जाता, आज़ादी मूँह हारे तुरे फिर नूं नहीं कहा जाता। आज़ादी दे भी कोई निज़म ने, आज़ादी दे भी कोई सिद्धांत ने। एक विद्वान ने बड़ी सोहनी गल लिखी है, हर बंदा जिंदगी अंदर आज़ादी चाहुंदा है, हर बंदा जिंदगी अंदर आज़ादी की गल करदा है। दरअसल कोई भी बंदा जिंदगी च आज़ादी चाहुंदा नहीं है, क्योंकि आज़ादी प्राप्त करने के लिए जिम्मेवार बनना पैंदा है। जिम्मेवार आज़ादी उदों मिलती जदों तुसी रिस्पोंसिबल हो जाओगे, जदों तुसी जिम्मेवार हो जाओगे अपनी जिंदगी के प्रति, अपने समाज के प्रति, अपने जीवन के प्रति। ਜਿਹੜੇ लोग रिस्पोंसिबल नहीं उन्होंने भावें तुसी तख्त ते बिठा दो उत्थे भी गुलाम ही होंदे ने। बहुत सारे लोग तख्तां ते बैठे गुलामी भोग रहे हैं। आज़ादी का उन्होंने पता ही नहीं कि होंदी है। आज़ादी का अर्थ बाहरला स्टेटस नहीं है, आज़ादी मन के नाल संबंध रखती है। गुरु ग्रंथ साहिब जी कहते जो जिंदगी अंदर शुभ कृत करोगे ना, जो जिंदगी अंदर संत के मार्ग पर चलोगे, प्रभु के प्यार च तुरना शुरू कर दोगे, ਤੁਹਾਡੀ जिंदगी अंदर वो आज़ादी आ जाएगी। तुसी दरअसल जिंदगी के राजे बन जाओगे। गुरबाणी कहती परमात्मा ने राजे बना के भेजे है, हर मनुख को आज़ादी दी है, पर हर मनुख जिंदगी च आज़ाद नहीं है, क्योंकि हर मनुख रिस्पोंसिबल नहीं है अपनी जिंदगी के प्रति जां परमात्मा के प्रति जां मानवता के प्रति। गुरु ग्रंथ साहिब जी कहते जे सुख मानना है, सुख घर च जाना है, जां इवें कह लो कि जिंदगी च सुतंत्रता माननी है, तो उसदे लई सब तो पहली गल तुहानूं जिम्मेवार होना पएगा। आज़ादी नूं कायम रखने लई किड्डी वड्डी जिम्मेवारी है। देखो आपां कहने जी आज़ाद मुल्क च बैठे हाँ, किसी भी मुल्क चले जाइए, उस मुल्क की आज़ादी नूं बरकरार रखने के लिए किन्ने निज़म ने, किन्ने सिद्धांत ने, किन्ने रूल रेगूलेशन होंदे ने। आज़ादी कोई एवें कायम नहीं रह जाती। बिल्कुल इस तरह जेकर जिंदगी तुसी आज़ादी चाहुंदे हो, आज़ादी का अर्थ है सुतंत्रता, आज़ादी का अर्थ है तुहानूं किसी की मुथाजगी ना करनी पे। आज़ादी का अर्थ यह है, गुरु ग्रंथ साहिब जी ने मनुख की मानसिक आज़ादी की गल की है। पंजे बद्धे महाबली कर सच्चा ढोवा, अपने चरण जपायन विच दिओ खड़ोवा, रोग सोग सब मिट गए नित नवा नरोवा। जिथे रोग सोग मिट जान, विघन खत्म हो जान, दुख खत्म हो जान, कोई चिंता ना होए, किसी की मुथाजगी ना होए, इनू आज़ादी कहा जाता है। वो आज़ादी उदों मिलेगी जो आप जिंदगी अंदर शुभ किरत करांगे, उत्तम किरत करांगे। सो सतगुरु श्री गुरु अर्जन देव जी महाराज ने भी अज का ये जो भादों के महीने की आरंभता हुई है, ये अंदर इस गल का जिक्र किया कि जो बंदा अज्ञानता वाले कर्म करता है दूजे बन्ने लग जाता है। भादोए परम भलानियाँ दूजे लगा हेत, साहब जी कहते हैं उदों की होंदा है, बंदा भावें लखां आडंबर करी जाए, लखां ही वो बाहरले दिखावे दे धर्म कर्म करी जाए, पर जो भरम भुलेखियां च बैठ के दुखरित दे कर्म करेगा ना, जिंदगी अंदर लख शिंगार बनाया कारज ना ही केत। बाहरला आडंबर किसी अर्थ नहीं है। फिर की होएगा, हथ मरोड़े तन कपे स्याहों होवा सेत, फिर पकड़ चलायन दूत दम किसी ना देनी भेत। सतगुरु जी कहता इको एक कारण है कि अज्ञानता च रह के दुखरित कर्म करता रहा, तो कुदरत के इस निजम नूं ना कोई बदल सकिया ना बदल सकेगा। वो निजम किहड़ा, जेहा बीजा सो लुणै कर्मा संदड़ा खेत। जो कर्म असी करांगे उन्होंने कोई नहीं बदल सकता। मैं उवें पाठ करता रहां पर मेरी सोच माड़ी होए, मेरा कर्म माड़ा होए, ਉਹਦੇ फल तो मुक्त मैनू कोई नहीं कर सकता। इस करके सतगुरु जी ने सानू सतसंगत विच बैठण की गल कही है। रोज़ वाहिगुरु जी के प्यार विच उस्तत करो सदा प्रभ अपने, जिन पूरी कल राखी। साहब जी कहते जिस परमात्मा ने साडे अंदर समर्था रखी है, जगत अंदर अपनी कला रखी है, उस परमात्मा की नित उस्तत करया करो, परमात्मा के नित गुण गाया करो। कई लोगों का ख्याल है कि परमात्मा के गुण गाउणा, परमात्मा की उस्तत करनी शायद परमात्मा की खुशामद है। कहते जी परमात्मा जिहड़ा है वो खुशामद का भुखा नहीं है। दरअसल असी परमात्मा की उस्तत करांगे जां किसी चंगे पुरख की उस्तत करांगे, उहदे नाल उहने कोई वध नहीं जाना, नहीं करांगे तो उन्हें घट नहीं जाना। दरअसल जो आप किसी के गुणों की तारीफ करते हैं, जो आप परमात्मा के गुणों की तारीफ करते हैं, जां किसी विच रब्बी गुण ने उन्हां दी तारीफ करते हैं, उन्हां गुणों की तारीफ करदियां करदियां मनुख गुणवान बन जाता है।
ਕਿਸੇ ਦੇ ਗੁਣਾਂ ਦੀ ਤਾਰੀਫ ਦਰਅਸਲ ਪ੍ਰਮਾਤਮਾ ਦੀ ਤਾਰੀਫ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਇੱਕ ਪ੍ਰੇਰਣਾ ਕੀਤੀ ਹੈ, ਜਿੱਥੇ ਪ੍ਰਮਾਤਮਾ ਦੇ ਗੁਣ ਗਾਉਣੇ ਨੇ, ਜਿੱਥੇ ਵੀ ਗੁਣ ਦੇਖੋ ਸਾਂਝ ਕੀਜੈ, ਗੁਣਾ ਕੇਰੀ ਛਾੜ ਅਵਗਣ ਚਲੀਏ। ਜਦੋਂ ਤੁਸੀਂ ਪ੍ਰਮਾਤਮਾ ਦੇ ਗੁਣ ਗਾਓਗੇ, ਗੁਣਵਾਨਾਂ ਕੋਲ ਬੈਠੋਗੇ, ਸਤ ਸੰਗਤ ਵਿੱਚ ਬੈਠੋਗੇ, ਬੜਾ ਪਿਆਰਾ ਬਚਨ ਮਾਨਯੋਗ ਭਾਈ ਸਾਹਿਬ ਜੀ ਨੇ ਸੁਣਾਇਆ ਸੀ ਕਿ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋਵੇ। ਇਹ ਗੁਰੂ ਕੀ ਬਾਣੀ ਜਾਂ ਇਹ ਗੁਰੂ का ਅਸਥਾਨ, ਇਹ ਗੁਰੂ की ਸਤ ਸੰਗਤ ਉਹ ਅਸਥਾਨ ਹੈ ਜਿੱਥੇ ਆ ਕੇ ਕਾਮ ਹੀ ਹੰਸ ਬਣ ਜਾਂਦੇ ਨੇ, ਕਾਮ ਹੀ ਹੰਸ ਬਣ ਜਾਂਦੇ ਨੇ। ਭਾਵ ਕਿ ਮਨੁੱਖ ਦੀ ਬਿਰਤੀ ਜਿਹੜੀ ਕਾਮ ਵਰਗੀ ਅੰਦਰੋਂ ਮੈਲੀ ਹੈ, ਕੁਚੈਲੀ ਹੈ, ਮਾੜੇ ਬੰਨੇ ਜਾਂਦੀ ਹੈ, ਇਹ ਵੀ ਹੰਸ ਵਰਗੀ ਬਣ ਜਾਂਦੀ ਹੈ, ਇਹ ਵੀ ਮੋਤੀ ਚੁਗਣ ਲੱਗ ਪੈਂਦਾ। ਇਸ ਕਰਕੇ ਜ਼ਿੰਦਗੀ ਅੰਦਰ ਭਉ ਸਾਗਰ ਤੋਂ ਪਾਰ ਉਤਰਨ ਦਾ ਜਾਂ ਸੁੱਖਾਂ ਦੇ ਘਰ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਰਸਤਾ ਹੈ ਕਿ ਸਦਾ ਆਪਾਂ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੀਏ, ਆਪਾਂ ਸੰਤ ਕੇ ਮਾਰਗ ਤੇ ਧਰਮ ਦੀ ਪੌੜੀ ਤੇ ਚਲੀਏ। ਸੰਤ ਕਾ ਮਾਰਗ ਹੈ ਸਤ ਸੰਗਤ ਕਰਨੀ। ਅਸੀਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ। ਮਾਨਯੋਗ ਗਿਆਨੀ ਅਮੀਰ ਸਿੰਘ ਜੀ ਬੜੇ ਸੋਹਣੇ ਬਚਨ ਉਹਨਾਂ ਦੇ ਪ੍ਰਥਾਏ ਕਹਿ ਰਹੇ ਸਨ। ਮੈਂ ਯਾਦ ਕਰਾ ਦੇਵਾਂ, ਮਹਾਂਪੁਰਖਾਂ ਨਾਲ ਮੇਲ ਮੇਰਾ ਇਸ ਸਥਾਨ ਤੋਂ ਵੀ ਪਹਿਲਾਂ ਦਾ ਉਦੋਂ ਦਾ ਸੀ। ਮੈਂ ਪੌਂਟਾ ਸਾਹਿਬ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਉੱਥੇ ਹੈੱਡ ਗ੍ਰੰਥੀ ਦੇ ਤੌਰ ਤੇ ਸੇਵਾ ਕਰਨ ਦਾ ਮੈਨੂੰ ਵਾਹਿਗੁਰੂ ਜੀ ਨੇ ਮੌਕਾ ਦਿੱਤਾ ਔਰ ਸੇਵਾ ਕਰਦਿਆਂ ਦੌਰਾਨ ਕਈ ਵੇਰਾਂ ਸੰਤ ਜੀ ਉੱਥੇ ਗਏ। ਇੱਕ ਦੋ ਵੇਰਾਂ ਜਦੋਂ ਮੇਲ ਹੋਇਆ ਬੜਾ ਨਿੱਘ ਮਿਲਿਆ। ਜਦੋਂ ਮੈਂ ਇੱਥੇ ਵੀ ਆ ਗਿਆ ਲੁਧਿਆਣੇ ਦੇ ਵਿੱਚ 1991 ਦੇ ਵਿੱਚ, ਜਦੋਂ ਕਦੀ ਆਉਣਾ ਉਹਨਾਂ ਬੜੇ ਪਿਆਰ ਨਾਲ ਮਿਲਣਾ। ਔਰ ਇੱਕ ਉਹਨਾਂ ਦੀ ਬੜੀ ਵਡਿਆਈ ਸੀ, ਬੜੀ ਖੂਬੀ ਸੀ ਕਿ ਜਦੋਂ ਵੀ ਕੋਈ ਉਹਨਾਂ ਨੂੰ ਮਿਲਦਾ ਸੀ, ਭਾਵੇਂ ਨਿੱਕਾ ਹੈ ਭਾਵੇਂ ਵੱਡਾ, ਉਹਦੇ ਕੋਲ ਹਮੇਸ਼ਾ ਇਹ ਗੱਲਾਂ ਪੁੱਛਦੇ ਸਨ, ਸੁਣਦੇ ਸਨ ਕਿ ਆਪਾਂ ਪੰਥ ਦੀ ਸੇਵਾ ਕਿਵੇਂ ਕਰ ਸਕਦੇ, ਆਪਾਂ ਚੰਗਾ ਕੰਮ ਕਿਵੇਂ ਕਰ ਸਕਦੇ ਹਾਂ। ਦਰਅਸਲ ਜਿਹਨੂੰ ਆਪਾਂ ਜ਼ਿੰਮੇਵਾਰੀ ਕਹਿੰਦੇ ਜਾਂ ਸਮਾਜ ਦੀ ਸੇਵਾ ਦੀ ਗੱਲ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਵੈਸੇ ਹਰ ਸਿੱਖ ਨੂੰ ਜ਼ਿੰਮੇਵਾਰ ਬਣਾਇਆ। ਸਿੱਖ ਦਾ ਅਰਥ ਹੀ ਰਿਸਪਾਂਸਿਬਲ ਹੈ, ਸਿੱਖ ਦਾ ਅਰਥ ਹੀ ਜ਼ਿੰਮੇਵਾਰੀ ਹੈ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਇੱਕ ਗੱਲ ਕਹੀ ਹੈ ਕਿ ਜਿਹੜਾ 239 ਸਾਲ ਦਾ ਸਮਾਂ ਸੀ ਨਾ, ਭਾਵੇਂ ਵੱਖ-ਵੱਖ ਇਤਿਹਾਸਕਾਰਾਂ ਨੇ ਆਪਣੇ ਆਪਣੇ ਨਜ਼ਰੀਏ ਨਾਲ, ਕਿਸੇ ਨੇ ਕਿਹਾ ਪਰਿਵਰਤਨ ਦਾ ਸਮਾਂ ਸੀ, ਕਿਸੇ ਨੇ ਕਿਹਾ ਵਿਕਾਸ ਦਾ ਸਮਾਂ ਸੀ, ਪਰ ਪ੍ਰਿੰਸੀਪਲ ਸਾਹਿਬ ਕਹਿੰਦੇ ਸੀ ਗਰੋਥ ਆਫ ਰਿਸਪਾਂਸਿਬਿਲਿਟੀ। ਗੁਰਸਿੱਖਾਂ ਵਿੱਚ ਜ਼ਿੰਮੇਵਾਰੀ ਦੀ ਚੇਤਨਤਾ ਪੈਦਾ ਕਰਤੀ ਸਤਿਗੁਰੂ ਜੀ ਨੇ। ਜਦੋਂ ਕੋਈ ਜ਼ਿੰਮੇਵਾਰ ਬਣਦਾ ਹੈ ਦਰਅਸਲ ਉਦੋਂ ਹੀ ਸਿੱਖ ਬਣਦਾ ਹੈ। ਉਹ ਜ਼ਿੰਮੇਵਾਰੀ ਸੀ ਮਹਾਂਪੁਰਖਾਂ ਦੇ ਅੰਦਰ। ਉਹਨਾਂ ਦੇ ਹਮੇਸ਼ਾ ਅੰਦਰ ਇੱਕ ਤੜਫ ਰਹਿੰਦੀ ਸੀ, ਆਪਾਂ ਕੌਮ ਲਈ ਵਧੀਆ ਕਿਵੇਂ ਕਰ ਸਕਦੇ, ਚੰਗਾ ਕਿਵੇਂ ਕਰ ਸਕਦੇ ਹਾਂ। ਔਰ ਤੁਹਾਡੇ ਸਾਹਮਣੇ ਇੱਕ ਬੜੀ ਵੱਡੀ ਉਦਾਹਰਣ ਹੈ, ਇਹ ਜੋ ਟਕਸਾਲ ਉਹਨਾਂ ਨੇ ਸ਼ੁਰੂ ਕੀਤੀ ਹੈ, ਕੀਰਤਨ ਸਮਾਗਮ ਉਹਨਾਂ ਨੇ ਸ਼ੁਰੂ ਕੀਤੇ ਨੇ। ਜਿਵੇਂ ਮਾਨਯੋਗ ਗਿਆਨੀ ਜੀ ਮਹਾਂਪੁਰਖ ਕਹਿ ਰਹੇ ਸਨ ਕਿ ਉਹਨਾਂ ਨੇ ਲੋਕਾਂ ਨੂੰ ਐਜੂਕੇਟ ਕਰਨ ਦੇ ਲਈ ਕਿੰਨਾ ਉਦਮ ਕੀਤਾ ਹੈ। ਇਹ ਗੱਲ ਚੇਤੇ ਰੱਖਿਓ ਕਿ ਆਉਣ ਵਾਲੇ ਸਮੇਂ 'ਚ ਧਰਮ ਉਹੀ ਚੱਲ ਸਕਣਾ ਹੈ ਜਿਸ ਧਰਮ ਦੇ ਲੋਕ ਐਜੂਕੇਟ ਨੇ। ਐਜੂਕੇਸ਼ਨ ਤੋਂ ਬਿਨਾਂ ਜ਼ਿੰਦਗੀ ਅੰਦਰ ਆਪਾਂ ਅੱਗੇ ਨਹੀਂ ਵਧ ਸਕਦੇ। ਜਿਊਸ ਦੇ ਉੱਪਰ ਜਦੋਂ ਬੜਾ ਵੱਡਾ ਜ਼ੁਲਮ ਹੋਇਆ ਨਾ, ਜਦੋਂ ਲੱਖਾਂ ਦੀ ਤਾਦਾਦ ਵਿੱਚ ਹਿਟਲਰ ਨੇ ਜਿਊਸ ਮਾਰ ਦਿੱਤੇ, ਤੇ ਜਿਊਸ ਬੈਠ ਕੇ ਗੱਲਬਾਤ ਕਰਦੇ ਨੇ ਲੀਡਰ ਕਿ ਆਪਾਂ ਇਸ ਧਰਤੀ ਤੇ ਬਚੇ ਕਿਵੇਂ ਰਹਿਣਾ, ਆਪਣੀ ਕੌਮ ਨੂੰ ਹੁਣ ਬਚਾਉਣਾ ਕਿਵੇਂ। ਉਹਨਾਂ ਨੇ ਇੱਕ ਤੱਤ ਕੱਢਿਆ ਕਿ ਆਪਾਂ ਆਪਣੇ ਬੱਚੇ ਨੂੰ ਐਜੂਕੇਟ ਕਰੀਏ, ਆਪਣੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਐਜੂਕੇਸ਼ਨ ਦਈਏ। ਉਹਨਾਂ ਨੇ ਬੱਚਿਆਂ ਨੂੰ ਇਹਨਾਂ ਐਜੂਕੇਟ ਕਰ ਦਿੱਤਾ ਕਿ ਉਹਨਾਂ 'ਚੋਂ ਇੱਕ ਬੱਚਾ ਨਿਕਲਿਆ ਜਿਹਨੇ ਇੱਕ ਹੋਰ ਰਸਾਇਣ ਬਣਾਈ ਜਿਹਦੇ ਤੋਂ ਪਰਮਾਣੂ ਬੰਬ ਬਣਦਾ। ਅਮਰੀਕਾ ਕਹਿਣ ਲੱਗਾ ਇਹ ਮੈਨੂੰ ਦੇ ਦਿਓ, ਉਹ ਕਹਿਣਗੇ ਤੈਨੂੰ ਦੇ ਦਾਂਗੇ, ਸਾਨੂੰ ਸਾਡਾ ਮੁਲਕ ਦੇ ਦਿਓ। ਇੱਕ ਬੱਚੇ ਦੀ ਕਾਢ ਵਿੱਚੋਂ ਜਿਹਨੂੰ ਆਪਾਂ ਅੱਜ ਕਹਿੰਦੇ ਹਾਂ ਇਜ਼ਰਾਈਲ ਕੰਟਰੀ ਪੈਦਾ ਹੋ ਗਿਆ। ਦੁਨੀਆ ਦਾ ਸਭ ਤੋਂ ਅਮੀਰ ਕੰਟਰੀ, ਦੁਨੀਆ ਦੀ ਸਭ ਤੋਂ ਅਮੀਰ ਕੌਮ, ਜਿਹਨੇ ਸਾਰੀ ਦੁਨੀਆ ਦੀ ਇਕਾਨਮੀ ਆਪਣੇ ਹੱਥਾਂ 'ਚ ਰੱਖੀ ਹੋਈ ਹੈ। ਉਹ ਕਿੱਥੋਂ ਨਿਕਲੀ ਹੈ? ਐਜੂਕੇਸ਼ਨ ਦੇ ਵਿੱਚੋਂ। ਮਹਾਂਪੁਰਖਾਂ ਦੀ ਇਹ ਬੜੀ ਵੱਡੀ ਸੋਚ ਸੀ ਕਿ ਹਰ ਬੰਦਾ ਐਜੂਕੇਟ ਹੋਣਾ ਚਾਹੀਦਾ ਹੈ। ਜਿੱਥੇ ਦੁਨਿਆਵੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਉੱਥੇ ਗੁਰਬਾਣੀ ਦੀ ਐਜੂਕੇਸ਼ਨ ਜ਼ਰੂਰ ਹੋਣੀ ਚਾਹੀਦੀ, ਗੁਰਬਾਣੀ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਹਰ ਤਰ੍ਹਾਂ ਦੀ ਐਜੂਕੇਸ਼ਨ ਦਿੰਦੀ ਹੈ। ਇਸ ਕਰਕੇ ਇਸ ਅਸਥਾਨ 'ਤੇ ਉਹਨਾਂ ਨੇ ਇਹ ਜੋ ਬੂਟਾ ਲਗਾਇਆ, ਬੜੇ ਵਧੀਆ ਤਰੀਕੇ ਨਾਲ ਇਹ ਫਲੀਭੂਤ ਹੋ ਰਿਹਾ, ਪਲਵਿਤ ਹੋ ਰਿਹਾ। ਬੇਅੰਤ ਵਿਦਿਆਰਥੀ ਥਾਂ ਥਾਂ 'ਤੇ ਕੀਰਤਨ ਕਰ ਰਹੇ ਨੇ। ਮੈਨੂੰ ਯਾਦ ਹੈ ਮੈਂ 2 ਕੁ ਮਹੀਨੇ ਪਹਿਲਾਂ ਇੱਕ ਥਾਂ 'ਤੇ ਕੀਰਤਨ ਕਰਨ ਦੇ ਲਈ ਗਿਆ, ਰਤਲਾਮ ਵਿੱਚ ਗਿਆ ਸ਼ਾਇਦ। ਉੱਥੇ ਮੈਨੂੰ ਇਸ ਸਥਾਨ ਦਾ, ਲਖਨਊ ਦੇ ਵਿੱਚ ਇਸ ਸਥਾਨ ਦਾ ਇੱਕ ਕੀਰਤਨੀ ਜਥਾ ਮਿਲਿਆ, ਬੜਾ ਮਨ ਖੁਸ਼ ਹੋਇਆ ਔਰ ਬੜਾ ਪਿਆਰਾ ਕੀਰਤਨ ਕਰਦਾ ਸੀ। ਕਹਿੰਦੇ ਜੋਦੀ ਟਕਸਾਲ ਤੋਂ ਸਿੱਖੇ ਆ, ਪ੍ਰਦੇਸ਼ਾਂ 'ਚ ਵੀ ਬੜੇ ਮਿਲਦੇ ਨੇ। ਇਹ ਉਹਨਾਂ ਦਾ ਲਾਇਆ ਹੋਇਆ ਬੂਟਾ ਪ੍ਰਫੁੱਲਤ ਹੋ ਰਿਹਾ, ਫਲ ਦੇ ਰਿਹਾ। ਸਤਿਗੁਰੂ ਜੀ ਨੇ ਵੀ ਸਾਨੂੰ ਇਹ ਗੱਲ ਕਹੀ, ਜੇ ਆਪਾਂ ਸ਼ੁਭ ਕਿਰਤ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਸੋਹਣਾ ਬਚਨ ਹੈ ਕਿ ਜਦੋਂ ਤੁਸੀਂ ਉੱਤਮ ਬੀਜ ਬੀਜੋਗੇ ਨਾ, ਤੁਹਾਡੇ ਅੰਦਰ ਇੱਕ ਬਾਗ ਪੈਦਾ ਹੋਏਗਾ, ਤੁਸੀਂ ਅੰਦਰੋਂ ਪ੍ਰਫੁੱਲਤ ਹੋ ਜਾਏ। ਕਰਮ ਪੇੜ ਸਾਖਾ ਹਰੀ, ਧਰਮ ਫੁੱਲ ਫਲ ਗਿਆਨ। ਕਹਿਣਗੇ ਤੁਹਾਡੇ ਅੰਦਰ ਇੱਕ ਕਰਮਾਂ ਦਾ ਪੇੜ ਪੈਦਾ ਹੋ ਜਾਏਗਾ, ਜਿਹਨੂੰ ਵਾਹਿਗੁਰੂ ਜੀ ਦੇ ਸਿਮਰਨ ਦੀਆਂ ਸਿਖਾਵਾਂ ਲੱਗਣਗੀਆਂ, ਜਿਹਨੂੰ ਧਰਮ ਦਾ ਫੁੱਲ ਲੱਗੇਗਾ, ਜਿਹਨੂੰ ਵਾਹਿਗੁਰੂ ਜੀ ਦੀ ਜਾਣਕਾਰੀ ਦਾ ਫਲ ਲੱਗੇਗਾ। ਉਹ ਸ਼ੁਭ ਕਿਰਤ ਆਪਾਂ ਤਾਂ ਕਰ ਸਕਦੇ ਜੇ ਆਪਾਂ ਸਤ ਸੰਗਤ ਨਾਲ ਜੁੜਾਂਗੇ। ਗੁਰਦੇਵ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਹਰ ਮਨੁੱਖ ਭਉ ਸਾਗਰ ਤੋਂ ਪਾਰ ਉਤਰ ਸਕਦਾ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ
गुर प्रसाद परम पद पाया, सूखे काष्ट हरिया। आप सारे वडभागी हो ਜਿਹੜੇ इस स्थान पर बैठ के सतसंगत का आनंद मान रहे हो। गुरु चरणों च अरदास है कि सतगुरु जी जिमें महापुरुषों ने उद्यम करके ये टकसाल शुरू की है, ये बूटा लगाया है, ये आए दिन दिनों दिन रात चौगुनी तरक्की करे और इस तरह लोगों को गुरबाणी नाल गुरमत नाल जां गुरमत संगीत की जो सेवा का इत्थे प्रवाह चल रहा है होर लोगों तक ये गल पहुँचती रहे। आपां सारिਆਂ ने महापुरुषों के दर्शाए मार्ग ते चलदियां उन्हां दे जीवन तो सेध लैंदियां जिंदगी अंदर वो कर्म करना एक जिम्मेवार मनुख वाला। देखो वो कर गए ने, साडे लई पूरने पा गए ने कि आपां भी जिम्मेवार बणीए कौम के प्रति, समाज के प्रति, अपनी जिंदगी के प्रति। जदों असीं जिम्मेवार बन जावांगे, जिहड़े लोग जिम्मेवार हुंदे ने उन्हां नूं जिंदगी अंदर खुशहाली तो कोई रोक नहीं सकता, वो यकीनन खुशहाल हुंदे ने। जिन्ने खुशहाल लोग ने, खुशहाल मुल्क ने, उन्हां दी खुशहाली का एक कारण कि जिम्मेवार ने अपने फर्ज के प्रति। जदों असीं जिम्मेवार हो जावांगे, असीं कौमी तौर पर भी, असीं अपने जीवन के तौर पर भी, असीं परिवारक तौर पर भी, जां इवें कह लो हर पक्ष तो खुशहाल हो जावांगे। वो खुशहाली तां वरतेगी सतगुरु जी का बचन के उठत बैठत हर ध्याईए अन दिन सुकृत करिए। होएगा कि आपां सुख घर चले जावांगे। इन्नियां बेनतियां प्रवान करनियां। भुल चुक दी खिमा। सरबत का धन्नवाद धन श्री गुरु ग्रंथ साहिब जी का जिथे कोटान कोट धन्नवाद है। मानयोग संत ज्ञानी अमीर सिंह जी का बहुत धन्नवाद। आप विद्वान ने, आप गुरबाणी के ज्ञाता ने, विद्वानों को कीर्ति निर्माण देंदे ने। वीर गुरविंदर सिंह जी का बहुत धन्नवाद। होर इत्थों के जिन्ने भी सेवादार ने, सत्संगी ने, सरबत का धन्नवाद। प्यार सत फतेह प्रवान करो। वाहिगुरु जी का खालसा